ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। बहुत बहुत शुक्रिया, मेहरबानी, धन्यवाद भंगू साहब ਜੀ। ਦੋਸਤੋ, ਡਾਕਟਰ ਸਾਹਿਬ ਨਾਲ ਜਿਸ ਵਿਸ਼ੇ ਤੇ ਗੱਲਬਾਤ ਕਰਾਂਗੇ ਉਹ ਵਿਸ਼ਾ ਹੈਗਾ ਭ੍ਰਿਸ਼ਟਾਚਾਰ ਦਾ। ਆਮ ਆਦਮੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਆਈਡੀਓਲੋਜੀ ਨੂੰ ਲੈ ਕੇ ਨੈਸ਼ਨਲ ਲੈਵਲ ਤੋਂ ਸਟੇਟਾਂ ਤੱਕ ਪਾਰਟੀ ਗਈ ਹੈ। ਪਾਰਟੀ ਇਸ ਵਿਚਾਰਧਾਰਾ ਤੇ ਕੰਮ ਕਰ ਰਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਵਾਂਗੇ। ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਚੁਣੀ ਗਈ। 3 ਮਹੀਨੇ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸੱਤਾ ਰਾਜ ਕਰਦਿਆਂ। ਹੁਣ ਵੱਡੇ ਐਕਸ਼ਨ ਪਾਰਟੀ ਵੱਲੋਂ ਲਏ ਗਏ ਨੇ, ਜੋ ਭਾਵੇਂ ਸ਼ਾਮਲੜ ਜ਼ਮੀਨਾਂ ਦਾ ਮਾਮਲਾ ਹੋ ਗਿਆ, ਜੋ ਸਰਕਾਰੀ ਅਧਿਕਾਰੀ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਤੁਰੰਤ ਉਹਨਾਂ ਤੇ ਕਾਰਵਾਈ ਦਾ ਮਾਮਲਾ ਹੋ ਗਿਆ। ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਬੀਤੇ ਕੱਲ੍ਹ ਜੋ IAS ਵੱਡੇ ਅਧਿਕਾਰੀ ਨੇ ਸੰਜੇ ਪੋਪਲੀ, ਉਹਨਾਂ ਦਾ ਮਾਮਲਾ ਹੋ ਗਿਆ। ਹੋਰ ਤਮਾਮ ਜ਼ਮੀਨਾਂ ਪੁਰਾਣੀਆਂ ਮਾਲ ਮਹਿਕਮੇ ਦੇ ਰਿਕਾਰਡ ਨੇ। ਤਮਾਮ ਜਿਹੜੇ ਭ੍ਰਿਸ਼ਟਾਚਾਰ ਜਿੱਥੇ ਫੈਲਿਆ ਹੋਇਆ, ਪਾਰਟੀ ਕਹਿੰਦੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਉੱਤੇ ਅਸੀਂ ਨਕੇਲ ਕਸਾਂਗੇ। ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਵੀ ਹੈ ਪਾਰਟੀ। ਜਿਵੇਂ ਅੱਜ ਹਰਜੀਤ ਸਿੰਘ ਗਰੇਵਾਲ ਬੋਲੇ ਨੇ, ਉਹ ਕਹਿੰਦੇ ਨੇ ਕਿ ਪਿਛਲੇ ਸਮੇਂ ਨਾਲੋਂ ਤਾਂ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ ਵਧਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਨੇ ਕਿ ਸਾਡੇ ਜੋ ਮੰਤਰੀਆਂ ਨੂੰ ਧੱਕੇ ਦੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਵੀ ਕੀਤਾ ਸੀ, ਘਰ ਦੇ ਅੰਦਰ ਦਾਖਲ ਵੀ ਹੋ ਗਏ ਸੀ ਕਾਂਗਰਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਵਿਊ ਪੁਆਇੰਟ ਹੈ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਤੇ। ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਵੱਡੇ ਲੈਵਲ ਤੇ ਤੁਰ ਰਹੀ ਹੈ ਪਾਰਟੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ। जी बिल्कुल। और पहली गल तो ये है भंगू साहब के 3 महीने होए आ सरकार बनी नूं, और भ्रिष्टाचारी नूं इस तरह नत्थ पाई गई है कि पहली वार पंजाब के इतिहास च आपां कह सकते हैं कि जदों आम आदमी पार्टी का अपना ही एक वड्डा लीडर ते वड्डा मंत्री, जिन्हों आपां सारे जानते हैं कि सिंगला साहब, और उन्हां नूं बहुत छेती और सबूतां दे आधार दे उत्ते अपनी कल्ली कैबिनेट तो बाहर नहीं कढ़िया, उन्होंने पार्टी दे विचों भी बाहर कढ़िया गया, और उन्होंने कानून के हिसाब नाल बनदी सज़ा भी दवाई गई। एक तो हुंदा है कि चलो पार्टी जो बाहर कढ़ दिओ, मंत्रीशिप तो उतार दिओ, या होर कोई कार्रवाई कर दिओ, ਜਾਂ ਪੜਦਾ। ਪਹਿਲੀ ਗੱਲ ਤਾਂ ਜਿਹੜੀਆਂ ਹੁਣ ਤੱਕ ਪਾਰਟੀਆਂ ਆਉਂਦੀਆਂ ਰਹੀਆਂ ਨੇ, ਤੁਸੀਂ ਵੀ ਜ਼ਿਕਰ ਕੀਤਾ ਹੈ, ਕਾਂਗਰਸ ਦਾ ਜ਼ਿਕਰ ਕੀਤਾ ਹੈ, ਅਕਾਲੀ ਦਲ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਆਪਾਂ ਸਾਰੇ ਜਾਣਦੇ ਹਾਂ ਕਿ BJP ਕਿਉਂਕਿ ਨਾਲ ਹੀ ਰਹੀ ਹੈ ਅਕਾਲੀ ਦਲ ਦੇ, ਤਾਂ ਇਹ ਪਾਰਟੀਆਂ ਹਮੇਸ਼ਾ ਪਰਦਾ ਵੀ ਪਾਉਂਦੀਆਂ ਰਹੀਆਂ ਨੇ ਔਰ ਭ੍ਰਿਸ਼ਟਾਚਾਰੀ ਨੂੰ ਬੜਾਵਾ ਵੀ ਦਿੰਦੀਆਂ ਰਹੀਆਂ ਨੇ। ਔਰ ਭ੍ਰਿਸ਼ਟਾਚਾਰੀ ਦੇ ਜਦੋਂ ਦੋਸ਼ ਲੱਗਦੇ ਰਹੇ ਨੇ, ਮੰਨ ਲਓ ਕੈਪਟਨ ਸਾਹਿਬ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਧਰਮ ਸੋਤ ਹੋਰਾਂ ਬਾਰੇ ਲਗਾਤਾਰ ਪ੍ਰੈਸ਼ਰ ਵੀ ਪਾਉਂਦੇ ਰਹੇ। ਉਦੋਂ ਚਾਹੇ ਉਹ ਵਿਦਿਆਰਥੀਆਂ ਦਾ ਵਜ਼ੀਫਾ ਹੋਵੇ ਜਾਂ ਹੋਰ ਇਸ ਤਰ੍ਹਾਂ ਦੇ ਘਪਲੇ ਹੋਣ, ਉਹਨਾਂ ਦੇ ਉੱਤੇ ਬੜੇ ਦੋਸ਼ ਲੱਗਦੇ ਰਹੇ ਔਰ ਬਹੁਤ ਸਾਰੇ ਜਿਹੜੇ ਧਰਨੇ ਪ੍ਰਦਰਸ਼ਨ ਵੀ ਹੋਏ। ਪਰ ਕੈਪਟਨ ਸਾਹਿਬ ਦੇ ਉਸ ਵੇਲੇ ਕੰਨ ਤੋਂ ਜਿਹੜੇ ਹੈਗੇ ਜੂੰ ਨਹੀਂ ਸੀ ਸਰਕੀ, ਆਪਾਂ ਸਾਰੇ ਜਾਣਦੇ ਆ। ਔਰ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀਗਾ, ਕਲੀਨ ਚਿੱਟੀ ਦੇ ਦਿੱਤੀ ਸੀ ਵੀ ਕੋਈ ਭ੍ਰਿਸ਼ਟਾਚਾਰੀ ਦਾ ਜਿਹੜਾ ਹੈਗਾ ਇੱਦਾਂ ਦਾ ਹੈ ਹੀ ਨਹੀਂ ਹੈ। ਸੋ ਇਸ ਤੋਂ ਬਿਨਾਂ ਤੁਸੀਂ ਦੇਖਿਆ ਹੋਏਗਾ ਕਿ ਹੋਰ ਚਾਹੇ ਲੈਂਡ ਮਾਫੀਆ ਸੀ, ਚਾਹੇ ਸੈਂਡ ਮਾਫੀਆ ਸੀ, ਜਾਂ ਹੋਰ ਵੱਖ-ਵੱਖ ਤਰ੍ਹਾਂ ਦਾ ਮਾਫੀਆ ਸੀਗਾ ਉਹਨਾਂ ਦੇ ਉੱਤੇ ਹਮੇਸ਼ਾ ਹੀ ਵੱਖ-ਵੱਖ ਪਾਰਟੀਆਂ ਨੇ, ਚਾਹੇ ਕਾਂਗਰਸ ਹੋਵੇ, ਅਕਾਲੀ ਦਲ, BJP ਦੀਆਂ ਸਰਕਾਰਾਂ ਹੋਣ, ਇਹਨਾਂ ਨੇ ਹਮੇਸ਼ਾ ਉਹਨਾਂ ਦੇ ਉੱਤੇ ਪਰਦਾ ਪਾਇਆ ਹੈ। ਸੋ ਇਸ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ, ਬਹੁਤ ਜ਼ੋਰ ਨਾਲ ਕਹਿਣੀ ਬਣਦੀ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਆਈ ਹੈ ਜਿਹੜੀ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰੀ ਦੇ ਮਸਲੇ ਦੇ ਵਿੱਚ 1% ਵੀ ਕੋਈ ਚੀਜ਼ ਜਿਹੜੀ ਹੈਗੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਚਾਹੇ ਤੁਹਾਡੇ ਆਪਣੇ, ਉਹਨਾਂ ਨੇ ਕਿਹਾ ਕਿ ਸਾਡੇ ਚਾਹੇ ਆਪਣੇ ਲੀਡਰ ਹੋਣ, ਚਾਹੇ ਆਪਣੇ ਮੰਤਰੀ ਸਾਹਿਬਾਨ ਹੋਣ, ਚਾਹੇ MLA ਸਾਹਿਬਾਨ ਹੋਣ, ਜਾਂ ਕੋਈ ਹੋਰ ਹੋਵੇ। ਔਰ ਇਸ ਤੋਂ ਇਲਾਵਾ ਜਿਹੜੀ ਗੱਲ ਜਿਵੇਂ ਤੁਸੀਂ ਕੇਸਾਂ ਦਾ ਜ਼ਿਕਰ ਕੀਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕੇਸ ਅਟਕੇ ਹੋਏ ਸੀ, ਜਿਹੜੀਆਂ ਫਾਈਲਾਂ ਦੇ ਉੱਤੇ ਧੂੜਾਂ ਜੰਮੀਆਂ ਹੋਈਆਂ ਸੀਗੀਆਂ, ਉਹ ਵਿਜੀਲੈਂਸ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਖੰਗਾਲ ਰਹੀ ਹੈ। ਧੂੜਾਂ ਜਿਹੜੀਆਂ ਨੇ ਉਹ ਉਤਾਰੀਆਂ ਜਾ ਰਹੀਆਂ ਨੇ। ਸੋ ਇਸ ਕਰਕੇ ਇੱਕ ਚੰਗਾ ਸ਼ਗਨ ਆਪਾਂ ਕਹਿ ਸਕਦੇ ਹਾਂ ਕਿ ਪਹਿਲੇ 3 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਖਜ਼ਾਨੇ ਦੇ ਲਈ ਇੱਕ ਚੰਗਾ ਸ਼ਗਨ ਮੰਨਿਆ ਜਾ ਸਕਦਾ ਹੈ। ਸੋ ਜਿੰਨਾ ਭ੍ਰਿਸ਼ਟਾਚਾਰੀਆਂ ਦੇ ਉੱਤੇ ਸਕੰਜਾ ਕੱਸਿਆ ਜਾਏਗਾ, ਓਨਾ ਹੀ ਖਜ਼ਾਨਾ ਵੀ ਭਰੇਗਾ,
ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਵੀ ਉਹੀ ਪੈਸਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਉੱਤੇ ਲੱਗੇਗਾ, ਨੌਕਰੀਆਂ ਦੇ ਉੱਤੇ ਲੱਗੇਗਾ, ਹੈਲਥ ਦੇ ਉੱਤੇ ਲੱਗੇਗਾ, ਐਜੂਕੇਸ਼ਨ ਦੇ ਉੱਤੇ ਲੱਗੇਗਾ। ਸੋ ਇੱਕ ਚੰਗਾ ਆਪਾਂ ਇੱਕ ਕਦਮ ਭਗਵੰਤ ਮਾਨ ਹੋਰਾਂ ਦੀ ਸਰਕਾਰ ਦਾ ਇਹਨੂੰ ਕਹਿ ਸਕਦੇ ਹਾਂ ਭੰਗੂ ਸਾਹਿਬ। ਡਾਕਟਰ ਸਾਹਿਬ ਜਿਵੇਂ ਸੋਸ਼ਲ ਮੀਡੀਆ ਉੱਤੇ ਇਹ ਵੀ ਗੱਲ ਵਿਰੋਧੀ ਇਲਜ਼ਾਮ ਲਾਉਂਦੇ ਨੇ, ਜੋ ਇੱਕ ਪਾਰਟੀ ਦੇ ਵਿਰੋਧੀ ਨਹੀਂ, ਜੋ ਸੋਸ਼ਲ ਮੀਡੀਆ ਉੱਤੇ ਇੱਕ ਅਲੱਗ ਆਪਣੀ ਸੋਚ ਲੈ ਕੇ ਚੱਲਦੇ ਨੇ, ਆਪਣੇ ਇੰਡੀਵਿਜੂਅਲ ਆਪਣੇ ਵਿਚਾਰ ਰੱਖਦੇ ਨੇ। ਉਹ ਕਹਿੰਦੇ ਨੇ ਕਿ ਛੋਟੇ ਮਗਰਮੱਛਾਂ ਨੂੰ ਹੱਥ ਨਾ ਪਾਓ, ਜੋ ਵੱਡੇ ਧਨਾੜ ਨੇ ਤੁਸੀਂ ਉਹਨਾਂ ਤੇ ਵੀ ਕਾਰਵਾਈ ਕਰੋ। ਬਿਲਕੁਲ, ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੀ ਆਪਾਂ ਕਹਿ ਸਕਦੇ ਹਾਂ ਕਿ ਧਰਮ ਸੋਚ ਜੀ ਕੋਈ ਵੱਡੇ ਮਗਰਮੱਛ ਨਹੀਂ ਸੀਗੇ ਕਿਸੇ ਵੇਲੇ ਆਮ ਜਿਹੜੀ ਹੈਗੀ ਆ ਕਾਂਗਰਸ ਦੇ ਵਿੱਚ ਵੱਡਾ ਚਿਹਰਾ ਸੀਗੇ। ਸੋ ਇਸੇ ਤਰ੍ਹਾਂ ਹੋਰ ਜਿਹੜੇ ਵੱਡੇ ਜਿਹੜੇ ਨੇ ਖਾਸ ਤੌਰ ਤੇ IAS ਆਫੀਸਰ ਜਿਹੜੇ ਨੇ, ਜਿਨ੍ਹਾਂ ਨੂੰ ਤੁਸੀਂ ਪੋਪਲੀ ਜੀ ਦਾ ਜ਼ਿਕਰ ਵੀ ਕੀਤਾ ਹੈ। ਸੋ ਐਡੇ ਵੱਡੇ ਲੋਕਾਂ ਨੂੰ ਜਿਹੜਾ ਹੈਗਾ ਕੰਟਰੋਲ ਕਰਨਾ ਔਰ ਉਹਨਾਂ ਨੂੰ ਹੱਥ ਪਾਉਣਾ, ਇਹ ਕੋਈ ਛੋਟੀ ਗੱਲ ਨਹੀਂ। ਅਜੇ ਸ਼ੁਰੂਆਤ ਹੈ। ਭਗਵੰਤ ਮਾਨ ਜੀ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਭਾਈ ਅਜੇ 3 ਮਹੀਨਿਆਂ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਹੈ, ਹਜੇ ਮੌਕਾ ਤਾਂ ਸਾਨੂੰ ਦਿਓ। ਸੋ ਇਸ ਕਰਕੇ ਵੱਡੇ ਮਗਰਮੱਛ ਵੀ ਜਿਹੜੇ ਨੇ ਉਹ ਫੜੇ ਜਾਣਗੇ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਔਰ ਉਹਨਾਂ ਦੀ ਉੱਤੇ ਜਿਹੜੀ ਹੈਗੀ ਆ ਹੋਮਵਰਕ ਕੀਤਾ ਜਾ ਰਿਹਾ ਹੈ। ਔਰ ਕਿਉਂਕਿ ਭੰਗੂ ਸਾਹਿਬ ਜਦੋਂ ਇਦਾਂ ਦੀ ਕਾਰਵਾਈ ਹੁੰਦੀ ਹੈ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਇਹ ਹੁੰਦਾ ਕਿ ਤੁਹਾਡੇ ਕੋਲੇ ਤੱਥ ਹੈਗੇ ਨੇ, ਫੈਕਟਸ ਹੈਗੇ ਨੇ, ਸਬੂਤ ਹੈਗੇ ਨੇ। ਜੇ ਤਾਂ ਜਿੰਨੀ ਦੇਰ ਤੁਹਾਡੇ ਕੋਲੇ ਸਬੂਤ ਨਹੀਂ ਮਿਲਦੇ, ਕਿਉਂਕਿ ਵੱਡੇ ਲੋਕਾਂ ਦੀ ਜਦੋਂ ਅਸੀਂ ਮਗਰਮੱਛਾਂ ਨੂੰ ਦੀ ਫੜੀ ਦੀ ਗੱਲ ਕਰਦੇ ਹਾਂ ਤਾਂ ਦਿੱਕਤ ਇਹ ਆਉਂਦੀ ਹੈ ਕਿ ਉਹ ਕਈ ਵਾਰੀ ਸਬੂਤ ਤੁਹਾਨੂੰ ਨਹੀਂ ਮਿਲਦੇ। ਸੋ ਇਸ ਕਰਕੇ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਕਿ ਸਬੂਤ ਜਟਾਏ ਜਾਣ ਔਰ ਸਬੂਤਾਂ ਦੇ ਮੁਤਾਬਕ ਫਿਰ ਕਾਰਵਾਈ ਜਿਹੜੀ ਹੈਗੀ ਹੋਵੇ। ਫਿਰ ਹੌਲੀ ਜਿਹੜੀ ਹੈਗੀ ਹੈ ਵੱਡੇ ਮਗਰਮੱਛ ਹੋਰ ਵੀ ਵੱਡੇ, ਪਹਿਲਾਂ ਵੀ ਵੱਡੇ ਮਗਰਮੱਛੀ ਨੇ, ਇਹ ਕੋਈ ਆਮ ਬੰਦੇ ਨਹੀਂ ਹੈਗੇ ਜਿਹੜੇ ਹੁਣ ਤੱਕ ਜਿੰਨੇ ਵੀ ਕੇਸ ਕੱਢੇ ਨੇ ਵਿਜੀਲੈਂਸ ਦੁਆਰਾ ਔਰ ਭਗਵੰਤ ਮਾਨ ਦੀ ਰਹਿਨੁਮਾਈ ਦੇ ਵਿੱਚ, ਇਹ ਕੋਈ ਛੋਟੇ ਕੇਸ ਨਹੀਂ ਹੈਗੇ। ਇਹ ਕਦੇ ਤੁਸੀਂ ਕਾਂਗਰਸ ਦੇ ਵੇਲੇ ਤੁਸੀਂ ਸੋਚ ਵੀ ਨਹੀਂ ਸਕਦੇ, ਅਕਾਲੀ ਦਲ BJP ਦੀਆਂ ਸਰਕਾਰਾਂ ਵੇਲੇ ਆਪਾਂ ਕਦੇ ਸੋਚਿਆ ਸੀਗਾ ਕਿ ਐਡੇ ਵੱਡੇ IAS ਆਫੀਸਰਾਂ ਨੂੰ ਨੱਥ ਪਾਈ ਗਈ ਹੈ, ਐਡੇ ਵੱਡੇ ਲੀਡਰ ਜਿਹੜੇ ਨੇ, ਨੇਤਾ ਜਿਹੜੇ ਨੇ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਨੂੰ ਜਿਹੜਾ ਹੈਗਾ ਫੜੀ ਜਾਰੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਚੰਗੀ ਸ਼ੁਰੂਆਤ ਹੋਈ ਹੈ ਔਰ ਜਿਉਂ-ਜਿਉਂ ਫੈਕਟਸ ਤੱਥ ਜਿਹੜੇ ਨੇ ਉਹ ਮਿਲਦੇ ਜਾਣਗੇ, ਸਬੂਤ ਮਿਲਦੇ ਜਾਣਗੇ, ਮੈਨੂੰ ਪੂਰੀ ਉਮੀਦ ਹੈ ਕਿ ਮਾਨ ਸਰਕਾਰ ਜਿਹੜੀ ਹੈਗੀ ਹੈ ਵੱਡੇ ਮਗਰਮੱਛਾਂ ਦੇ ਉੱਤੇ ਵੀ ਕਾਰਵਾਈ ਕਰੇਗੀ। ਵਿਰੋਧੀ ਕਹਿੰਦੇ ਕਿ ਭ੍ਰਿਸ਼ਟਾਚਾਰ ਤਾਂ ਡਾਕਟਰ ਸਾਹਿਬ ਵਧਿਆ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਬਾਅਦ, ਵੀ ਐਵੇਂ ਸਰਕਾਰ ਗੱਲਾਂ ਮਾਰਦੀ ਹੈ ਭ੍ਰਿਸ਼ਟਾਚਾਰ ਘਟ ਗਿਆ, ਕੋਈ ਭ੍ਰਿਸ਼ਟਾਚਾਰ ਨਹੀਂ ਘਟਿਆ। ਭੰਗੂ ਸਾਹਿਬ, ਜਦੋਂ ਅਸੀਂ ਆਮ ਬੰਦਿਆਂ ਨੂੰ ਮਿਲਦੇ ਹਾਂ ਪੰਜਾਬ ਦੇ ਵਿੱਚ, ਚਾਹੇ ਤੁਸੀਂ ਪਿੰਡਾਂ ਦੀ ਗੱਲ ਕਰ ਲਓ, ਚਾਹੇ ਸ਼ਹਿਰਾਂ ਦੀ ਗੱਲ ਕਰ ਲਓ, ਜਦੋਂ ਉਹਨਾਂ ਨੂੰ ਪੁੱਛੀਦਾ ਕਿ ਭਾਈ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਹੈਗਾ ਇਹ 3 ਮਹੀਨੇ ਰਹੇ ਨੇ, ਤਾਂ ਉਹ ਕਹਿੰਦੇ ਨੇ ਵੀ ਚਾਹੇ ਕਚਹਿਰੀਆਂ 'ਚ ਚਲੇ ਜਾਓ, ਚਾਹੇ ਅੱਜ ਥਾਣਿਆਂ 'ਚ ਚਲੇ ਜਾਓ ਜਾਂ ਸਰਕਾਰੀ ਦਫ਼ਤਰਾਂ 'ਚ ਚਲੇ ਜਾਓ, ਉੱਥੇ ਤੁਹਾਨੂੰ ਭ੍ਰਿਸ਼ਟਾਚਾਰ ਦੇ ਉੱਤੇ ਨੱਥ ਪਈ ਨਜ਼ਰ ਆਏਗੀ। ਮੈਂ ਨਹੀਂ ਕਹਿੰਦਾ ਕਿ 100% ਹੀ ਸਾਰਾ ਕੁਝ ਠੀਕ ਹੋ ਗਿਆ, ਪਰ ਜਿਹੜਾ ਇੱਕ 3 ਮਹੀਨਿਆਂ ਦੇ ਵਿੱਚ ਕੰਟਰੋਲ ਹੋਣਾ ਬਣਦਾ ਸੀਗਾ, ਉਹ ਲਗਭਗ ਤੁਹਾਨੂੰ ਕਚਹਿਰੀਆਂ ਦੇ ਵਿੱਚ ਘੱਟੋ-ਘੱਟ, ਥਾਣਿਆਂ ਦੇ ਵਿੱਚ, ਜਾਂ ਆਮ ਤੌਰ ਤੇ ਜਿਹੜੀ ਪੁਲਿਸ ਨਾਕੇ ਲੱਗੇ ਹੁੰਦੇ ਸੀ ਵੱਖ-ਵੱਖ ਥਾਵਾਂ ਦੇ ਉੱਤੇ, ਉਹਨਾਂ ਦੇ ਵਿੱਚ ਤੁਹਾਨੂੰ ਜਦੋਂ ਜਾ ਕੇ ਤੁਸੀਂ ਵਿਚਰਦੇ ਹੋ ਉਹਨਾਂ ਦੇ ਵਿੱਚ, ਤਾਂ ਇੱਕ ਵੱਡਾ ਬਦਲਾਅ ਤੁਹਾਨੂੰ ਜ਼ਰੂਰ ਨਜ਼ਰ ਆ ਰਿਹਾ। ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ ਵਿਰੋਧੀ ਧਿਰਾਂ ਨੇ ਦੇਖੋ ਇਹ ਗੱਲਾਂ ਕਰਨੀਆਂ ਹੁੰਦੀਆਂ ਨੇ ਔਰ ਉਹ ਕਰਦੀਆਂ ਰਹੀਆਂ ਨੇ, ਪਰ ਜਦੋਂ ਅਸੀਂ ਹਕੀਕੀ ਤੌਰ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹਾਂ ਤਾਂ ਇਹ ਫੈਕਟਸ ਨੇ ਕਿ ਆਪਾਂ ਸਾਰੇ ਸਮਝਦੇ ਹਾਂ ਕਿ ਪਹਿਲਾਂ ਨਾਲੋਂ ਪਿਛਲੇ 3 ਮਹੀਨਿਆਂ ਤੋਂ ਜਦੋਂ ਅੱਜ ਦਾ ਜਦੋਂ ਸਮਾਂ ਦੇਖਦੇ ਹਾਂ ਤਾਂ ਬਹੁਤ ਵੱਡਾ ਫਰਕ ਜਿਹੜਾ ਹੈਗਾ, ਬਹੁਤ ਵੱਡਾ ਬਦਲਾਅ ਘੱਟੋ-ਘੱਟ 3-4 ਮਹਿਕਮਿਆਂ ਦੇ ਵਿੱਚ, ਸਰਕਾਰੀ ਮਹਿਕਮਿਆਂ ਦੇ ਵਿੱਚ ਔਰ ਕਚਹਿਰੀਆਂ ਦੇ ਵਿੱਚ, ਜਿੱਥੇ ਵੱਖ-ਵੱਖ ਲੋਕਾਂ ਨੂੰ ਜਾਣਾ ਪੈਂਦਾ, ਥਾਣਿਆਂ ਦੇ ਵਿੱਚ, ਇਹਦੇ ਵਿੱਚ ਕਾਫੀ ਚੇਂਜਸ ਜਿਹੜੀਆਂ ਨੇ, ਬਦਲਾਅ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲ ਰਹੇ ਨੇ। ਭੰਗੂ ਸਾਹਿਬ, ਵਿਰੋਧੀ ਕਹਿੰਦੇ ਕਿ ਜਦੋਂ ਸਰਕਾਰ ਨਵੀਂ ਬਣੀ ਸੀ ਉਦੋਂ ਤਾਂ ਇੱਕਦਮ ਖਰਬਲੀ ਪੈਦਾ ਹੋ ਗਈ ਸੀ ਅਦਾਰਿਆਂ ਦੇ ਵਿੱਚ, ਹੁਣ ਕਹਿੰਦੇ ਥੋੜੀ ਜਿਹੀ ਢਿੱਲ ਤੇ ਤੁਰੇ ਹੋਏ ਨੇ ਅਦਾਰੇ ਵੀ ਤੇ ਸਰਕਾਰ ਵੀ। ਦੇਖੋ, ਢਿੱਲ ਤਾਂ ਆਪਾਂ ਤਾਂ ਮੰਨੀਏ ਜੇਕਰ ਪਿਛਲੇ ਲੰਬੇ, ਆਪਾਂ ਤਾਂ ਹੁਣੀ ਗੱਲ ਕਰਕੇ ਹਟਿਆ ਕਿ ਕੋਈ ਚੁੱਪ ਤੁਹਾਨੂੰ ਨਜ਼ਰ ਆਈ ਹੋਵੇ। ਜਿਵੇਂ ਹੁਣ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਕੱਲ੍ਹ ਵੀ ਜਿਹੜੇ ਨੇ IAS ਆਫੀਸਰਾਂ ਦੇ ਉੱਤੇ ਜਿਹੜੀ ਹੈਗੀ ਰੇਡ ਪਾਈ ਗਈ ਹੈ, ਇਸ ਤੋਂ ਪਹਿਲਾਂ ਵੀ ਵੱਡੇ ਮੰਤਰੀਆਂ ਨੂੰ ਜਿਹੜਾ ਹੈਗਾ ਹੱਥ ਪਾਇਆ ਗਿਆ ਹੈ। ਸੋ ਜੇਕਰ ਸਰਕਾਰ ਢਿੱਲ ਮੱਠ ਤਾਂ ਮੰਨੀਏ ਕਿ ਉਹ ਸਰਕਾਰ ਚੁੱਪ ਕਰਕੇ ਬੈਠੀ ਹੈ। ਤੁਸੀਂ ਦੇਖਿਆ ਹੀ ਹੈ ਕਿ ਵਿਜੀਲੈਂਸ ਲਗਾਤਾਰ ਕਾਰਵਾਈ ਕਰ ਰਹੀ ਹੈ।
ਸੋ ਇਹਦਾ ਮਤਲਬ ਕੀ ਹੁੰਦਾ, ਜਦੋਂ ਕਾਰਵਾਈ ਦਾ ਕਰਨ ਦਾ ਮਤਲਬ ਹੈ ਕਿ ਦੂਜਿਆਂ ਨੂੰ ਇਹ ਗੱਲਾਂ ਦੱਸਣੀਆਂ ਕਿ ਭਾਈ ਅਸੀਂ ਹਜੇ ਚੁੱਪ ਕਰਕੇ ਨਹੀਂ ਬੈਠੇ, ਜਿੱਥੇ ਵੀ ਕੋਈ ਗਲਤ ਕੰਮ ਭ੍ਰਿਸ਼ਟਾਚਾਰੀ ਦਾ ਹੋਏਗਾ ਉੱਥੇ ਜਿਹੜਾ ਹੈਗਾ ਉਹਨੂੰ ਹੱਥ ਪਾਇਆ ਜਾਏਗਾ, ਚਾਹੇ ਛੋਟਾ ਅਫਸਰ ਹੈ ਚਾਹੇ ਵੱਡਾ ਅਫਸਰ ਹੈ। IAS ਤੋਂ ਵੱਡਾ ਅਫਸਰ ਤਾਂ ਹੁੰਦਾ ਨਹੀਂ ਕੋਈ। ਸੋ ਜੇਕਰ IAS ਅਫਸਰਾਂ ਨੂੰ ਹੱਥ ਪਾਇਆ ਜਾ ਸਕਦਾ ਹੈ ਤਾਂ ਲਾਜ਼ਮੀ ਤੌਰ ਤੇ ਜਿਹੜੇ ਛੋਟੇ ਮਗਰਮੱਛ ਨੇ ਉਹਨਾਂ ਨੂੰ ਵੀ ਹੱਥ ਪਾਇਆ ਜਾਏਗਾ। ਸੋ ਜੇਕਰ ਸਾਰਿਆਂ ਨੂੰ ਹੱਥ ਪਾਇਆ ਜਾ ਰਿਹਾ ਤਾਂ ਮਤਲਬ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ ਜਿਹੜਾ ਹੈਗਾ ਉਹ ਹੁਣ ਕਾਂਬੇ ਛਿੜ ਰਹੇ ਨੇ ਔਰ ਉਹਨਾਂ ਨੂੰ ਜਿਹੜਾ ਹੈਗਾ ਕੰਟਰੋਲ ਕਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਅਸਰ ਹੋਰ ਵਧੀਆ ਤਰੀਕੇ ਨਾਲ ਦਿਖ ਸਕਦਾ ਹੈ। ਸੋ ਇਹਦੇ ਘਟਣ ਦੇ ਅਸਾਰ ਹੋਰ ਜ਼ਿਆਦਾ ਨੇ। ਜੇ ਸਰਕਾਰ ਰਿਕਵਰੀ ਵੀ ਕਰੂਗੀ, ਮੰਨ ਲਓ ਕਿ ਕਿਸੇ ਮੰਤਰੀ ਦਾ ਨਾਮ ਆ ਜਾਂਦਾ ਜ਼ਮੀਨ ਘੁਟਾਲੇ 'ਚ, ਜਿਵੇਂ ਇਹ ਆਪਣਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੰਚਾਂ ਸਰਪੰਚਾਂ ਦਾ ਨਾਮ ਆਇਆ, ਪੈਸੇ ਉਹਨਾਂ ਕੋਲ ਹੈ ਨਹੀਂ, ਅੱਗੇ ਚੱਲ ਗਏ ਤੇ ਫਿਰ ਪ੍ਰਾਪਰਟੀ ਅਟੈਚ ਹੋਊਗੀ ਇੱਦਾਂ ਨਾਲ ਉਹਨਾਂ ਦੀ। ਜੀ ਦੇਖੋ, ਇਹ ਜੋ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਬਣਦੀ ਹੈ, ਜੋ ਜਿਵੇਂ ਕਾਨੂੰਨ ਕਹੇਗਾ ਕਿ ਭਾਈ ਜੇਕਰ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਜਿਹੜੇ ਲੋਕਾਂ ਦੇ ਨਾਮ ਆ ਰਹੇ ਨੇ ਜਾਂ ਜਿਹੜੇ ਪੈਸੇ ਨਹੀਂ ਦੇ ਸਕਦੇ ਪਰ ਉਹਨਾਂ ਦਾ ਨਾਮ ਆਇਆ ਹੋਇਆ, ਤਾਂ ਲਾਜ਼ਮੀ ਤੌਰ 'ਤੇ ਪ੍ਰੋਪਰਟੀ ਦਾ ਜੋ ਕਾਨੂੰਨ ਦੇ ਮੁਤਾਬਕ ਜੋ ਬਣਦਾ ਹੈ ਉਹ ਕਾਰਵਾਈ ਜ਼ਰੂਰ ਹੋਏਗੀ। ਐਸੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਤੋਂ ਜਿਹੜਾ ਹੈਗਾ ਵਸੂਲਿਆ ਨਾ ਜਾਏ। ਜੋ ਵੀ ਉਹਨਾਂ ਨੇ ਗੁਨਾਹ ਕੀਤੇ ਨੇ ਉਹ ਜਿਹੜੇ ਨੇ ਉਹਨਾਂ ਦੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਏਗੀ। ਜੀ, ਹੋਰ ਸਰਕਾਰ ਭ੍ਰਿਸ਼ਟਾਚਾਰ ਦੇ ਉੱਤੇ ਡਾਕਟਰ ਸਾਹਿਬ ਕਿਵੇਂ ਅੱਗੇ ਤੁਰ ਰਹੀ ਹੈ? ਦੇਖੋ, ਜਿੱਥੋਂ ਤੱਕ ਅਗਲਾ ਫਿਊਚਰ ਦਾ ਸੰਬੰਧ ਹੈ ਉੱਥੇ ਕਹਿ ਸਕਦੇ ਹਾਂ ਕਿ ਸ਼ੁਰੂ ਦੇ ਵਿੱਚ ਤੁਹਾਨੂੰ ਇਹ ਬਹੁਤ ਇੱਕ ਸੀਰੀਅਸ ਮੈਟਰ ਹੁੰਦਾ ਹੈ। ਇਹ ਦੱਸਣਾ ਪੈਂਦਾ ਹੈ ਕਿ ਭਾਈ ਅਸੀਂ ਤਾਂ ਆਪਣਿਆਂ ਨੂੰ ਨਹੀਂ ਬਖਸ਼ਿਆ। ਜਦੋਂ ਤੁਸੀਂ ਆਪਣੇ ਘਰ ਦੇ ਤੋਂ ਸ਼ੁਰੂ ਕਰਦੇ ਹੋ ਕੋਈ ਵੀ ਕੰਮ ਹੈ ਤਾਂ ਉਹ ਤੁਸੀਂ ਜ਼ਰੂਰ ਉਹਦੇ 'ਚ ਕਾਮਯਾਬ ਹੁੰਦੇ ਹੋ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਘਰ ਤੋਂ ਉਹਨਾਂ ਨੇ ਕੰਮ ਕੀਤਾ ਔਰ ਕੰਮ ਵੀ ਐਸਾ ਕੀਤਾ ਸਬੂਤਾਂ ਦੇ ਆਧਾਰ ਦੇ ਉੱਤੇ ਕਿ ਇੱਕ ਵੱਡਾ ਜਿਹੜਾ ਕਾਂ ਉਹਨਾਂ ਨੇ ਮਾਰ ਕੇ ਟੰਗੀ ਦਿੱਤਾ। ਔਰ ਇਸ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਦਾ ਅਸਰ ਬਾਕੀ ਮਹਿਕਮਿਆਂ ਦੇ ਉੱਤੇ ਪਿਆ ਹੈ, ਬਾਕੀ ਲੋਕਾਂ ਦੇ ਉੱਤੇ ਪਿਆ ਹੈ। ਤਾਂ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਜਿਹੜੇ ਹੁਣ 70-75 ਸਾਲਾਂ ਤੋਂ ਜਿਹੜਾ ਇੱਕ ਢਾਂਚਾ ਖਰਾਬ ਹੋਇਆ ਹੈ ਭ੍ਰਿਸ਼ਟਾਚਾਰੀ ਦਾ, ਆਪਾਂ ਸਾਰੇ ਜਾਣਦੇ ਹਾਂ, ਤਾਂ ਇਹਨੂੰ ਸਮਾਂ ਜ਼ਰੂਰ ਲੱਗੇਗਾ। ਪਰ ਨੀਤ ਔਰ ਨੀਤੀ ਜੇਕਰ ਤੁਹਾਡੀ ਸਾਫ਼ ਹੈ ਜੇ ਸਰਕਾਰ ਦੀ, ਤਾਂ ਲਾਜ਼ਮੀ ਤੌਰ 'ਤੇ ਭਗਵੰਤ ਮਾਨ ਦੀ ਰਹਿਨੁਮਾਈ ਦੇ ਵਿੱਚ ਜ਼ਰੂਰ ਕੋਈ ਜਿਹੜੀ ਹੈਗੀ ਹੈ ਇਹਦੇ ਉੱਤੇ ਚੰਗੀ ਕਾਰਵਾਈ ਹੋਏਗੀ ਔਰ ਇਹਦਾ ਨਤੀਜੇ ਵੀ ਇਹਦਾ ਅਸਰ ਵੀ ਜਿਹੜਾ ਹੈਗਾ ਚੰਗਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਨਜ਼ਰ ਆਏਗਾ। ਪੰਗੂ ਸਾਹਿਬ, ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਦੋਸਤੋ, ਮੁੱਦਾ ਸੀ ਭ੍ਰਿਸ਼ਟਾਚਾਰ ਦਾ ਤੇ ਸਾਡੇ ਨਾਲ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਕਿਉਂਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਹੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਠੋਸ ਕਾਰਵਾਈ ਦੇ ਤੌਰ ਤੇ ਸਰਕਾਰ ਵੱਡੇ ਫੈਸਲੇ ਲੈ ਸਕਦੀ ਹੈ ਪੰਜਾਬ ਦੇ ਵਿੱਚ। ਹਾਲਾਂਕਿ ਜ਼ਮੀਨਾਂ ਦੇ ਮਾਮਲੇ ਚੱਲੀ ਜਾਂਦੇ ਆ, ਮੰਤਰੀਆਂ ਦੀ ਫੜੋਫੜੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ 2 ਮੰਤਰੀਆਂ ਦਾ ਨਾਮ ਨਿਕਲ ਕੇ ਆਉਂਦਾ, ਸਾਧੂ ਸਿੰਘ ਧਰਮਸੋਤ ਆਪਣਾ ਲੁਧਿਆਣੇ ਤੋਂ, ਆਸ਼ੂ ਹੋਰੀ। ਸੋ ਦੇਖਣ ਵਾਲਾ ਹੋਊਗਾ ਕਿ ਜੋ ਸਾਰੀ ਕਵਾਇਦ ਜੋ ਕਾਨੂੰਨੀ ਘੇਰੇ ਦੇ ਵਿੱਚ ਜਾਂਚ ਸ਼ੁਰੂ ਹੋਈ ਹੈ, ਇਹ ਜਾਂਚ ਦਰਅਸਲ ਜਾ ਕੇ ਕਿਸ ਸਿਰੇ ਦੇ ਉੱਤੇ ਖੜੂਗੀ, ਕਿਹੜੇ ਨਾਮ ਵਿੱਚ ਆਉਣਗੇ, ਕਿੰਨੇ ਕਰੋੜਾਂ ਦੇ, ਲੱਖਾਂ ਦੇ, ਅਰਬਾਂ ਦੇ ਘੁਟਾਲੇ ਸਾਹਮਣੇ ਆਉਣਗੇ। ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।